ਪ੍ਰਕਾਸ਼ ਸਿੰਘ ਬਾਦਲ ਦਾ ਮੁੱਢਲਾ ਜਿਹੜਾ ਅਸੂਲ ਹੈ ਉਹ ਇਹ ਹੈ ਕਿ ਵੋਟ ਪੰਥ ਦੇ ਨਾਂ ਤੇ ਲਓ ਤੇ ਗੋਲੀਆਂ ਵੀ ਪੰਥਕ ਨੌਜਵਾਨਾਂ ਨੂੰ ਮਾਰੋ। ਇਹ ਝੂਠ ਮੈਂ ਸਮਝਦਾ ਲੌਂਗੋਵਾਲ ਨਹੀਂ ਬੋਲ ਰਹੇ। ਲੌਂਗੋਵਾਲ ਸਾਹਿਬ ਨੂੰ ਜਿਨ੍ਹਾਂ ਨੇ ਲਿਫਾਫਾ ਭੇਜ ਕੇ ਪ੍ਰਧਾਨ ਬਣਾਇਆ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦਾ ਕੁਨਬਾ, ਇਹ ਉਹ ਝੂਠ ਬੁਲਾ ਰਿਹਾ ਕਿ ਕਿਤੇ ਸਾਡੀ ਪੋਲ ਨਾ ਖੁੱਲ੍ਹ ਜਾਵੇ। ਅਕਾਲੀ ਦਲ ਕਿਉਂ ਲੌਂਗੋਵਾਲ ਨੂੰ ਕਹੂਗਾ ਕਿ ਤੁਸੀਂ ਆਹ ਬਿਆਨ ਦਿਓ, ਆਹ ਕਹੋ, ਉਹ ਕਾਰਵਾਈ ਕਿਉਂ ਨਹੀਂ ਕਰਾਉਣਗੇ? ਬਾਦਲ ਫੈਮਿਲੀ ਲਈ, ਬਾਦਲ ਟੋਲੇ ਲਈ ਰਾਜਸੀ ਹਿੱਤ ਪਹਿਲਾਂ। ਇਹਨਾਂ ਲਈ ਗੁਰੂ ਦਾ ਹਿੱਤ ਨਹੀਂ ਜ਼ਰੂਰੀ, ਇਹਨਾਂ ਲਈ ਗੁਰੂ ਜ਼ਰੂਰੀ ਨਹੀਂ, ਇਹਨਾਂ ਲਈ ਰਾਜਸੀ ਹਿੱਤ ਜ਼ਰੂਰੀ ਹੈ। ਇਹਨਾਂ ਨੂੰ ਕੁਰਸੀ ਮਿਲਣੀ ਚਾਹੀਦੀ ਹੈ। ਜਦੋਂ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋ ਰਿਹਾ ਸੀ, ਮਨਪ੍ਰੀਤ ਸਿੰਘ ਬਾਦਲ ਦੀ ਸਪੀਚ ਕੱਢ ਲਓ ਇਹਨਾਂ ਨੇ ਸਕੇ ਭਤੀਜੇ ਦੀ। ਉਹ ਕਹਿੰਦਾ ਬੜੇ ਬਾਦਲ ਸਾਹਿਬ ਤਾਂ ਜੀ ਖਰਬੂਜੇ ਖਾ ਰਹੇ ਸੀਗੇ ਆਪਣੇ ਫਾਰਮ 'ਚ ਬੈਠੇ। ਇਸ ਬੇਅਦਬੀ ਨੂੰ ਇਸੇ ਤਰ੍ਹਾਂ ਦੱਬ ਦਿੱਤਾ ਜਾਵੇ ਕਿਉਂਕਿ ਇਲੈਕਸ਼ਨਾਂ ਨੇੜੇ ਹੈ। ਜੇਕਰ ਇਹ ਬੇਅਦਬੀ ਲੋਕਾਂ ਦੇ ਸਾਹਮਣੇ ਆ ਗਈ ਤਾਂ ਲੋਕਾਂ ਨੇ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਜਾਣੀ ਹੈ। ਪ੍ਰਧਾਨਗੀ ਦੀ ਚੋਣ ਹੁੰਦੀ ਆ ਨਵੰਬਰ 'ਚ, ਹੁਣ ਵੀ ਹੋਣੀ ਹੈ। ਹੁਣ ਵੀ ਲਿਫਾਫਾ ਬਾਦਲਾਂ ਨੇ ਭੇਜਣਾ, ਕਿਹੜਾ ਪ੍ਰਧਾਨ ਬਣਾਉਣਾ? ਮੈਂਬਰਾਂ ਦੀ ਤਾਂ ਕੋਈ ਗੱਲ ਨਹੀਂ ਨਾ ਜੀ ਹੈ। ਜੇਕਰ ਕੋਈ ਅਜਿਹਾ ਘਟਨਾ ਵਾਪਰ ਵੀ ਗਈ ਸੀ ਤਾਂ ਇਹਨਾਂ ਨੇ ਇਕੱਠੇ ਹੋ ਕੇ ਦੱਸਣਾ ਸੀ ਕਿ ਆਹ ਘਟਨਾ ਵਾਪਰ ਗਈ। ਕੌਮ ਇਕੱਠੀ ਹੋ ਕੇ ਉੱਥੇ ਕੋਈ ਅਖੰਡ ਪਾਠ ਸਾਹਿਬ ਕਰਾਉਂਦੀ, ਕੋਈ ਅਜਿਹੇ ਹਾਲਾਤ ਬਣਦੇ, ਸਾਰੇ ਇਕੱਠੇ ਹੁੰਦੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਾਰਿਆਂ ਦਾ ਸਾਂਝਾ ਹੈ। ਲੇਕਿਨ ਉਹਨੂੰ ਲੁਕਾਉਣ ਦਾ ਕਾਰਨ ਕੀ ਸੀ? ਲੁਕੋਇਆ ਤਾਂ ਇਸੇ ਕਰਕੇ ਕਿ ਇਹਨਾਂ ਨੇ 2017 ਦੀਆਂ ਇਲੈਕਸ਼ਨਾਂ ਨੂੰ ਪ੍ਰਮੁੱਖ ਰੱਖਿਆ। ਬੀਜੇਪੀ ਨੂੰ, ਕੇਂਦਰ ਨੂੰ ਕੇਵਲ ਤੋਂ ਕੇਵਲ ਬਾਦਲ ਫੈਮਿਲੀ ਫਿੱਟ ਹੈ। ਇਸ ਕਰਕੇ ਸਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋ। ਜੇਕਰ ਖੇਤੀ ਆਰਡੀਨੈਂਸ ਦੀ ਗੱਲ ਕਰੀਏ ਤਾਂ ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਹੈ, ਸਾਈਨ ਕਰ ਦਿੰਦੀ ਹੈ। ਜੇਕਰ ਪਾਣੀਆਂ ਦੀ ਗੱਲ ਕਰੀਏ, ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਹੈ, ਸਾਈਨ ਕਰ ਦਿੰਦੀ ਹੈ। ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਜੰਮੂ ਕਸ਼ਮੀਰ 'ਚ, ਉਹ ਕਹਿੰਦੀ ਹੈ ਜੀ ਪੰਜਾਬੀ ਭਾਵੇਂ ਮਿਲੇ ਨਾ ਮਿਲੇ ਸਾਈਨ ਕਰਾ ਲਓ, ਮੈਨੂੰ ਵਜ਼ੀਰੀ ਦੀ ਕੁਰਸੀ ਦੇ ਦਿਓ। ਉਹਨਾਂ ਨੂੰ ਕੇਵਲ ਤੋਂ ਕੇਵਲ ਕੁਰਸੀ ਚਾਹੀਦੀ ਹੈ। ਹਿੰਦੁਸਤਾਨ ਦੇ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਜੇਕਰ ਕੋਈ ਆਪਣਾ ਰਾਈਟ ਮੰਗਦਾ ਹੈ, ਭੀੜ ਜਮ੍ਹਾਂ ਹੋ ਗਈ ਤਾਂ ਉਹਦੇ ਉੱਤੇ ਪਹਿਲਾਂ ਪਾਣੀ ਦੀਆਂ ਵਿਛਾੜਾਂ ਛੱਡੋ, ਫਿਰ ਅੱਥਰੂ ਗੈਸ ਛੱਡੋ, ਫਿਰ ਲਾਠੀ ਚਾਰਜ ਕਰੋ, ਅਖੀਰ ਦੇ ਵਿੱਚ ਗੋਲੀ ਚਲਾਉਣੀ ਹੈ ਉਹ ਵੀ ਤੁਸੀਂ ਪਲਾਸਟਿਕ ਦੀ ਗੋਲੀ ਚਲਾਉਣੀ ਹੈ। ਜੇ ਭੀੜ ਬੇਕਾਬੂ ਹੋ ਗਈ, ਅਸਲੀ ਗੋਲੀ ਚਲਾਉਣੀ ਹੈ ਉਹ ਵੀ ਗੋਡਿਆਂ ਤੋਂ ਥੱਲੇ ਚਲਾਉਣੀ ਹੈ। ਲੇਕਿਨ ਬਾਦਲ ਦੇ ਰਾਜ ਵਿੱਚ 1978 ਤੋਂ ਲੈ ਕੇ ਅੱਜ ਤੱਕ ਜਿੰਨੀ ਵਾਰੀ ਵੀ ਸੀਐਮ ਸਾਹਿਬ ਬਾਦਲ ਸਾਹਿਬ ਬਣੇ ਹੈ, ਸੀਐਮ ਬਣੇ ਹੈ, ਇਹਨਾਂ ਨੇ ਜੇ ਸਿੱਧੀਆਂ ਗੋਲੀਆਂ ਚਲਾਈਆਂ ਤਾਂ ਨਾਂ ਲਿਆ ਇਹਨਾਂ ਨੇ ਪੰਥ ਦਾ ਕਿ ਪੰਥ ਨੂੰ ਖਤਰਾ, ਵੋਟਾਂ ਪਾਓ, ਔਰ ਪੰਥਕ ਮੁੰਡਿਆਂ ਦੇ ਉੱਤੇ ਗੋਲੀਆਂ ਚਲਾਈਆਂ। ਗਲੋਬਲ ਪੰਜਾਬ ਤੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਪਿਛਲੇ ਦਿਨੀ SGPC ਦੇ ਰਿਕਾਰਡ ਦੇ ਵਿੱਚੋਂ ਮਹਾਰਾਜ ਗੁਰੂ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦੇ ਵੇਰਵੇ ਨਹੀਂ ਸੀ ਮਿਲੇ। ਇਸੇ ਸੰਬੰਧ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਜੋਗਾ ਸਿੰਘ ਚੱਪੜ ਨਾਲ। ਜੋਗਾ ਸਿੰਘ ਚੱਪੜ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਬੁਲਾਰੇ ਨੇ, ਜੋ ਆਪਾਂ ਨੂੰ ਬੇਬਾਕ ਤਰੀਕੇ ਨਾਲ ਦੱਸਣਗੇ ਕਿ ਇਹਨਾਂ ਦੇ ਕਾਰਨ ਕੀ ਨੇ। ਸਰ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਪੰਗੂ ਸਾਹਿਬ। ਸਰ, ਇਹ ਜੋ ਅੰਕੜੇ ਨੇ SGPC ਦੇ ਰਿਕਾਰਡ ਦੇ ਵਿੱਚੋਂ ਮਿਲ ਨਹੀਂ ਰਹੇ, ਇਹ ਮਹਾਰਾਜ ਦੇ ਸਰੂਪਾਂ ਦੀ ਗਿਣਤੀ ਅਖੀਰ ਦੇ ਵਿੱਚ ਹੈ ਕਿੰਨੀ? ਪੰਗੂ ਸਾਹਿਬ, ਅਸਲ 'ਚ ਵੱਖ-ਵੱਖ ਟਾਈਮ ਦੇ ਉੱਤੇ ਵੱਖ-ਵੱਖ ਸਰੂਪਾਂ ਦੀ ਗਿਣਤੀ ਦਾ ਜ਼ਿਕਰ ਆਉਂਦਾ ਹੈ, ਲੇਕਿਨ 456 ਦੀ ਗਿਣਤੀ ਹੈ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਸਰੂਪ ਹੈ ਜਿਹੜੇ 456 ਦੇ ਕਰੀਬ ਜਿਹੜੇ ਸਰੂਪ ਹੈ ਉੱਥੋਂ ਗਾਇਬ ਹੋਏ ਹੈ। ਔਰ ਭਾਵੇਂ ਉਹ ਤੋਂ ਬਾਅਦ 125 ਸਰੂਪ ਫੇਰ ਇੱਕ ਵਾਰ ਪਤਾ ਲੱਗਿਆ, 61 ਸਰੂਪ ਅਨੰਦਕਾਰਤ ਤੌਰ 'ਤੇ ਫੇਰ ਪਤਾ ਲੱਗਿਆ, ਲੇਕਿਨ 456 ਦੇ ਕਰੀਬ ਸਰੂਪ ਪਤਾ ਲੱਗਿਆ। ਲੇਕਿਨ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਅਧਿਕਾਰੀ ਬੈਠੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪਿਆਰ ਸਤਿਕਾਰ ਕਰਦੇ ਆ, ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਜੇਕਰ ਸਹੀ ਮਾਇਨਿਆਂ ਦੇ ਵਿੱਚ ਇਹਦੀ ਇਨਕੁਆਇਰੀ ਹੋਵੇ ਤਾਂ ਹਜ਼ਾਰਾਂ ਦੇ ਕਰੀਬ ਇਹੋ ਜਿਹੇ ਸਰੂਪ ਹੈ ਜਿਹੜੇ ਛਪ ਕੇ ਪਤਾ ਹੀ ਨਹੀਂ ਹੈ ਕਿ ਕਿੱਥੇ ਗਏ, ਬਿਨਾਂ ਰਿਕਾਰਡ ਦੇ ਤੌਰ 'ਤੇ ਉਹ ਸਰੂਪ ਵੀ ਦਿੱਤੇ ਜਾਂਦੇ ਰਹੇ ਹੈ। ਸੋ ਅਸਲ ਇਨਕੁਆਇਰੀ ਹੋ ਕੇ ਜਦੋਂ ਸਾਹਮਣੇ ਸੱਚ ਆਏਗਾ ਤਾਂ ਪਤਾ ਲੱਗੇਗਾ ਜੀ। ਪਿਛਲੇ ਦਿਨੀ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਨਫਰੰਸ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਜੋ ਇਹ ਸਰੂਪ ਨੇ, ਇਹ ਸਰੂਪ ਗਾਇਬ ਨਹੀਂ ਹੋਏ ਹੈਗੇ, ਮੁਲਾਜ਼ਮਾਂ ਵੱਲੋਂ ਹੀ ਕੋਈ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਜੋ ਸ਼ਰਧਾਲੂ ਲੈ ਕੇ ਜਾਂਦੇ ਸੀ ਉਹਨਾਂ ਦੇ ਅੰਕੜੇ ਨਹੀਂ ਦਰਜ ਕੀਤੇ ਗਏ। ਇਹ ਸਿੱਖਾਂ ਦੇ ਘਰਾਂ ਸਾਬਤ ਸਰੂਪ ਨੇ, ਕੋਈ ਇਹੋ ਜਿਹੀ ਗੱਲ ਨਹੀਂ। ਇਹ ਬੜੀ ਵੱਡੀ ਤਰਾਸ਼ਦੀ ਹੈ ਜੀ ਕਿ ਗੋਬਿੰਦ ਸਿੰਘ ਲੌਂਗੋਵਾਲ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਬਾਵਜੂਦ ਨੰਗਾ ਚਿੱਟਾ ਝੂਠ ਬੋਲ ਰਹੇ ਹੈ। ਔਰ ਗੋਬਿੰਦ ਸਿੰਘ ਲੌਂਗੋਵਾਲ ਜੀ ਦਾ ਜਿਹੜਾ ਇਹ ਬਿਆਨ ਹੈ, ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਜੀ, ਜਿਹੜੇ ਭਾਵੇਂ ਅੱਧੀ ਕੌਮ ਉਹਨਾਂ ਨੂੰ ਜਥੇਦਾਰ ਮੰਨਦੀ ਹੈ, ਭਾਵੇਂ ਅੱਧੇ ਨਹੀਂ ਮੰਨਦੇ, ਲੇਕਿਨ ਫਿਰ ਵੀ ਉਹਨਾਂ ਨੇ ਜਿਹੜਾ ਪਿੱਛੇ ਜੇ ਫੈਸਲਾ ਕੀਤਾ ਹੈ ਕਿ ਜਿਹੜੇ ਅਧਿਕਾਰੀਆਂ ਦਾ ਕਸੂਰ ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਵਿੱਚ, ਉਹਨਾਂ ਖਿਲਾਫ ਮੁਕੱਦਮਾ ਦਰਜ ਕਰਾਇਆ ਜਾਵੇ। ਉਹਨਾਂ ਨੇ ਪੰਜ ਸਿੰਘ ਸਾਹਿਬਾਨਾਂ ਨੇ ਆਪਣੀ ਮੀਟਿੰਗ ਦੇ ਵਿੱਚ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਹਦਾਇਤ ਕੀਤੀ ਹੈ
ਕਿ ਮੁਕੱਦਮਾ ਦਰਜ ਕਰਾਇਆ ਜਾਵੇ। ਲੇਕਿਨ ਫਿਰ ਇਹਦਾ ਮਤਲਬ ਤਾਂ ਗੋਬਿੰਦ ਸਿੰਘ ਲੌਂਗੋਵਾਲ ਤੇ ਹੁਣ ਦੀ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਤੇ ਸਾਰੀ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਉਹ ਸਿੱਧਾ ਟਕਰਾਵ ਅਕਾਲ ਤਖਤ ਸਾਹਿਬ ਨਾਲ ਲੈ ਰਹੇ ਹੈ। ਸੋ ਇਸ ਕਰਕੇ ਲੌਂਗੋਵਾਲ ਸਾਹਿਬ ਦਾ ਇਹ ਝੂਠ ਬੋਲਣਾ, ਇਹ ਝੂਠ ਮੈਂ ਸਮਝਦਾ ਲੌਂਗੋਵਾਲ ਨਹੀਂ ਬੋਲ ਰਹੇ। ਲੌਂਗੋਵਾਲ ਸਾਹਿਬ ਨੂੰ ਜਿਨ੍ਹਾਂ ਨੇ ਲਿਫਾਫਾ ਭੇਜ ਕੇ ਪ੍ਰਧਾਨ ਬਣਾਇਆ ਹੈ, ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦਾ ਕੁਨਬਾ, ਇਹ ਉਹ ਝੂਠ ਬੁਲਾ ਰਿਹਾ ਕਿ ਕਿਤੇ ਸਾਡੀ ਪੋਲ ਨਾ ਖੁੱਲ੍ਹ ਜਾਵੇ, ਕਿਵੇਂ ਕਿਹੜੇ ਡੇਰੇ ਦੇ ਉੱਤੇ ਕਿਹਨਾਂ ਨੂੰ ਚਿੱਠੀਆਂ ਭੇਜ ਕੇ ਇਹਨਾਂ ਲੋਕਾਂ ਨੇ ਸਰੂਪ ਦਿੱਤੇ ਹੈ। ਸੋ ਇਸ ਕਰਕੇ ਲੌਂਗੋਵਾਲ ਸਾਹਿਬ ਬਹੁਤ ਵੱਡਾ ਝੂਠ ਗੁਰੂ ਮਹਾਰਾਜ ਦੇ ਬਾਰੇ ਇਹ ਬੋਲ ਰਹੇ। ਤੁਹਾਡਾ ਕਹਿਣਾ ਕਿ ਇਹ ਬੋਲ ਤਾਂ ਲੌਂਗੋਵਾਲ ਦੇ ਨੇ, ਪਰ ਲਿਖਤ 'ਚ ਇਹ ਜੋ ਬੋਲ ਰਹੇ ਨੇ ਉਹ ਅਕਾਲੀ ਦਲ ਨੇ ਦਿੱਤਾ, ਸੁਖਬੀਰ ਸਿੰਘ ਬਾਦਲ। ਬਿਲਕੁਲ ਜੀ, ਇਹ ਤਾਂ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬੁਲਾ ਰਹੇ, ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦਾ ਹੁਣ ਦੇਖੋ ਮੈਂ 3-4 ਦਿਨ ਪਹਿਲਾਂ ਦੇਖ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾਨ ਕਰੋ ਜੀ, ਇਹ ਕਰੋ। ਹੁਣ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਬਾਡੀ ਹੈ, ਧਾਰਮਿਕ ਬਾਡੀ ਸ਼੍ਰੋਮਣੀ ਕਮੇਟੀ ਹੋਣ ਦੇ ਵਿੱਚ ਆਈ। ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਲੰਟੀਅਰ ਬ੍ਰਿਗੇਡ ਬਣੀ ਸ਼੍ਰੋਮਣੀ ਕਮੇਟੀ ਦੀ ਰੱਖਿਆ ਦੇ ਲਈ। ਅੱਜ ਸ਼੍ਰੋਮਣੀ ਕਮੇਟੀ ਨੂੰ ਇਸ ਕਦਰ ਬਾਦਲ ਲਿਮਟਿਡ ਕੰਪਨੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਰੱਖਿਆ ਹੈ, ਔਰ ਉਸੇ ਦਾ ਕਾਰਨ ਹੈ ਕਿ ਅੱਜ ਸਿੱਖੀ ਨੂੰ ਇਸ ਗੱਲ ਦੀ ਢਾਹ ਲੱਗੀ ਹੈ। ਅਤੇ ਜਿਹੜਾ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਦੇ ਉੱਤੇ ਵੀ ਐਡੀ ਵੱਡੀ ਸਿਆਸਤ ਕਰ ਰਹੇ ਹਾਂ, ਔਰ ਜਿਹੜੇ ਲੋਕ ਗੁਰੂ ਮਹਾਰਾਜ ਦੀ ਬੇਅਦਬੀ ਦੇ ਬਾਰੇ ਕਹਿੰਦੇ ਆ ਕਿ ਖੁੱਲ੍ਹ ਕੇ ਜਾਂਚ ਹੋਵੇ, ਅਤੇ ਉਹਨਾਂ ਨੂੰ ਇਹ ਲੋਕ ਕਹਿੰਦੇ ਆ ਜੀ ਤਾਂ ਫਲਾਣੀ ਪਾਰਟੀ ਦਾ, ਗੁਰੂ ਮਹਾਰਾਜ ਤਾਂ ਕਿਸੇ ਪਾਰਟੀ ਦੇ ਨਹੀਂ ਜਾਣੇ। ਸੋ ਇਸ ਕਰਕੇ ਬਹੁਤ ਵੱਡੀ ਢਾਹ ਲੱਗੀ ਹੈ, ਔਰ ਲੌਂਗੋਵਾਲ ਸਾਹਿਬ ਦਾ ਇਸ ਤਰ੍ਹਾਂ ਬੋਲਣਾ ਮੈਂ ਸਮਝਦਾ ਬਹੁਤ ਮਾੜੀ ਅਤੇ ਨਿੰਦਣਯੋਗ ਗੱਲ ਹੈ। ਫਿਰ ਤੁਸੀਂ ਇਸ ਵਰਤਾਰੇ ਨੂੰ ਹੁਣ ਤੱਕ ਕਿਵੇਂ ਦੇਖਦੇ ਹੋ ਕਿ ਜਿਵੇਂ ਅਕਾਲੀ ਦਲ ਹੋ ਗਿਆ, SGPC ਹੋ ਗਈ, ਅਕਾਲੀ ਦਲ ਕਿਉਂ ਲੌਂਗੋਵਾਲ ਨੂੰ ਕਹੂਗਾ ਕਿ ਤੁਸੀਂ ਆਹ ਬਿਆਨ ਦਿਓ, ਆਹ ਕਹੋ, ਉਹ ਕਾਰਵਾਈ ਕਿਉਂ ਨਹੀਂ ਕਰਾਉਣਗੇ? ਅਸਲ ਜੀ ਇਹਨਾਂ ਨੂੰ ਇਹ ਕਲੀਅਰ ਹੋ ਰਿਹਾ ਕਿ ਜਿਵੇਂ ਬਰਗਾੜੀ ਦਾ ਮਸਲਾ ਹੋਇਆ ਸੀ, ਬਰਗਾੜੀ ਦੇ ਵਿੱਚ ਇਹਨਾਂ ਨੇ ਪੁਲਿਸ ਫੋਰਸ ਭੇਜ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੰਨੇ ਖਿਲਾਰੇ ਗਏ ਅਤੇ ਕਿਹੜੇ ਡੇਰੇ ਵੱਲੋਂ ਖਿਲਾਰੇ ਗਏ, ਸਾਰਾ ਕੁਛ ਸੱਚ ਸਾਹਮਣੇ ਆ ਰਿਹਾ ਹੈ। ਅਤੇ ਜੇਕਰ ਉਹ ਇਨਕੁਆਇਰੀ ਕਲੀਅਰ ਹੋ ਜਾਵੇ, ਕੈਪਟਨ ਅਮਰਿੰਦਰ ਸਿੰਘ ਨੇ ਜੋ ਝੂਠੀ ਸਹੁੰ ਖਾਈ ਸੀਗੀ ਉਹ ਸਹੁੰ ਕਲੀਅਰ ਕਰ ਦੇਵੇ, ਪਤਾ ਲੱਗ ਜਾਵੇ ਸਿੱਖ ਸੰਗਤ ਨੂੰ, ਜੇਕਰ ਉਹ ਕਲੀਅਰ ਹੋ ਜਾਵੇ, ਇਸੇ ਤਰ੍ਹਾਂ ਇਹਨਾਂ ਦਾ ਸੱਚ, ਇਹਨਾਂ ਦਾ ਜਿਹੜਾ ਝੂਠ ਹੈ ਉਹ ਸਾਹਮਣੇ ਆ ਰਿਹਾ ਹੈ। ਔਰ ਰਹੀ ਗੱਲ ਅਕਾਲੀ ਦਲ ਦੀ, ਚਲੋ ਅਕਾਲੀ ਦਲ ਤਾਂ ਹੈ ਨਹੀਂ, ਬਾਦਲ ਤਾਂ ਇੱਕ ਲਿਮਟਿਡ ਕੰਪਨੀ ਹੈ, ਇਹ ਤਾਂ ਵਪਾਰਕ ਦਲ ਹੈ। ਇਹਨਾਂ ਦਾ ਡਰ ਸਤਾ ਰਿਹਾ ਹੈ, ਔਰ ਜਿਵੇਂ ਪਿੱਛੇ ਜੇ ਸਾਹਮਣੇ ਆਈਆਂ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹਨਾਂ ਨੇ ਇਹ ਤਾਂ ਕਰਕੇ ਰਾਤੋਂ ਰਾਤ ਸੰਸਕਾਰ ਕਰਾਇਆ ਸੀ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਅਗਨ ਭੇਟ ਹੋ ਗਏ ਸੀ ਕਿ ਜੇਕਰ ਅੱਜ ਇਹ ਗੱਲਾਂ ਬਾਹਰ ਆ ਗਈਆਂ ਤਾਂ ਲੋਕਾਂ ਦੇ ਵਿੱਚ ਇੱਕ ਇਹੋ ਜਿਹੇ ਤਰ੍ਹਾਂ ਦੀ ਗੱਲ ਚਲੀ ਜਾਣੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਇੰਨੇ ਸਰੂਪਾਂ ਦੀ ਬੇਅਦਬੀ ਹੋ ਗਈ। ਔਰ ਇਹਨਾਂ ਨੇ ਤਾਂ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਵੀ ਇਸ ਕਰਕੇ ਮਤਲਬ ਸਾਹਮਣੇ ਨਹੀਂ ਆਉਣ ਦਿੱਤੀ ਕਿ ਕਿਤੇ ਸਾਡਾ ਰਾਜਸੀ ਤੌਰ 'ਤੇ ਨੁਕਸਾਨ ਨਾ ਹੋ ਜਾਵੇ। ਬਾਦਲਾਂ ਲਈ ਤਾਂ ਆਪਣੀ ਰਾਜਸੀ ਸੱਤਾ ਜ਼ਰੂਰੀ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਰਾਜਸੀ ਹਿੱਤ ਗੁਰੂ ਨਾਲੋਂ ਧਰਮ ਨਾਲੋਂ ਉੱਪਰ ਹੋ ਗਏ। ਬਿਲਕੁਲ, ਬਾਦਲ ਫੈਮਿਲੀ ਲਈ, ਬਾਦਲ ਟੋਲੇ ਲਈ ਰਾਜਸੀ ਹਿੱਤ ਪਹਿਲਾਂ। ਇਹਨਾਂ ਲਈ ਗੁਰੂ ਦਾ ਹਿੱਤ ਨਹੀਂ ਜ਼ਰੂਰੀ, ਇਹਨਾਂ ਲਈ ਗੁਰੂ ਜ਼ਰੂਰੀ ਨਹੀਂ, ਇਹਨਾਂ ਲਈ ਰਾਜਸੀ ਹਿੱਤ ਜ਼ਰੂਰੀ ਹੈ। ਇਹਨਾਂ ਨੂੰ ਕੁਰਸੀ ਮਿਲਣੀ ਚਾਹੀਦੀ ਹੈ। ਬਹੁਤ ਵਾਰੀ ਪਹਿਲਾਂ ਵੀ ਜੀ ਇਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਪਿੱਛੇ ਰੱਖ ਕੇ ਅਤੇ ਆਪਣੇ ਰਾਜਸੀ ਹਿੱਤ ਮੂਹਰੇ ਰੱਖੇ ਆ। ਭਾਵੇਂ 84 ਦੇ ਅਟੈਕ ਦੀ ਗੱਲ ਕਰੀਏ, ਅੱਜ ਜੇ ਇਤਿਹਾਸਕਾਰਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਰਾ ਕੁਝ ਸਾਹਮਣੇ ਆਉਂਦਾ। ਜਦੋਂ 84 ਦੇ ਵਿੱਚ ਦਰਬਾਰ ਸਾਹਿਬ 'ਤੇ ਅਟੈਕ ਹੋ ਰਿਹਾ ਸੀ, ਮਨਪ੍ਰੀਤ ਸਿੰਘ ਬਾਦਲ ਦੀ ਸਪੀਚ ਕੱਢ ਲਓ ਇਹਨਾਂ ਨੇ ਸਕੇ ਭਤੀਜੇ ਦੀ, ਉਹ ਕਹਿੰਦਾ ਬੜੇ ਬਾਦਲ ਸਾਹਿਬ ਤਾਂ ਜੀ ਖਰਬੂਜੇ ਖਾ ਰਹੇ ਸੀਗੇ ਆਪਣੇ ਫਾਰਮ 'ਚ ਬੈਠੇ। ਸੋ ਪੰਜਾਬ ਦੇ ਨੌਜਵਾਨ ਗੱਭਰੂ ਕੌਮ ਪਿੱਛੇ ਸ਼ਹੀਦੀਆਂ ਕਰ ਰਹੇ ਸੀ। ਜਿੱਥੋਂ ਇਹ ਗੱਲ ਚੱਲੀ ਸੀ 267 ਸਰੂਪ ਸੀ, ਜਿੱਥੋਂ ਇਹ ਸਾਰਾ ਵਰਤਾਰਾ ਨਿਕਲ ਕੇ ਆਇਆ ਸੀ, ਉਹਨੂੰ ਥੋੜ੍ਹਾ ਤੁਸੀਂ ਵਿਸਥਾਰ ਨਾਲ ਦੱਸੋ। ਇਹ 267 ਸਰੂਪਾਂ ਤੋਂ ਲੈ ਕੇ ਅੱਜ ਤੱਕ ਜਿਹੜੀ ਗੱਲ ਚੱਲੀ ਹੈ, ਗੋਇੰਦਵਾਲ ਸਾਹਿਬ ਸੰਸਕਾਰ ਹੋਇਆ ਕਿ ਅਖਬਾਰ ਨੇ ਛਾਪਿਆ, ਜਿਹੜੀ ਬੱਸ ਦੇ ਵਿੱਚ ਅਗਨ ਭੇਟ ਸਰੂਪ ਲੈ ਕੇ ਜਾ ਰਹੇ ਸੀ, ਉਹਦੇ ਇੱਕ ਪਾਇਲਟ ਜਿਪਸੀ ਅੱਗੇ ਸੀ, ਇੱਕ ਪਾਇਲਟ ਜਿਪਸੀ ਪਿੱਛੇ ਸੀ। ਇਹ 267 ਸਰੂਪਾਂ ਦੀ ਪੂਰੀ ਕਹਾਣੀ ਕੀ ਹੈ, ਥੋੜ੍ਹਾ ਸੰਖੇਪ 'ਚ? ਦੇਖੋ ਗੁਰਜਿੰਦਰ ਸਿੰਘ ਜੀ, ਗੱਲ ਇਹ ਹੈ, ਦਰਬਾਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਮਹਾਰਾਜ ਦੇ ਸਰੂਪ ਰੱਖਦੇ ਹੈ, ਉੱਥੇ ਗੁਰੂ ਮਹਾਰਾਜ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਹੋਈ ਰਾਤੋਂ ਰਾਤ ਹੋ ਗਈ। ਉਹ ਸਾਰਾ ਕੁਝ ਕਈ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਲੀਅਰ ਹੋਇਆ। ਲੇਕਿਨ ਜਦੋਂ ਰਾਤ ਨੂੰ ਬੇਅਦਬੀ ਹੋਈ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਐਡੀ ਵੱਡੇ ਪੱਧਰ 'ਤੇ ਬੇਅਦਬੀ ਹੋ ਗਈ। ਇਹਨਾਂ ਦੇ ਮਨ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਜਦੋਂ ਆਪਣੇ ਆਕਾ ਨੂੰ ਦੱਸਿਆ ਕਿ ਇਸ ਕਦਰ ਬੇਅਦਬੀ ਹੋ ਗਈ, ਤਾਂ ਜਿਹੜੇ ਉਸ ਸਮੇਂ ਦੇ ਐਗਜ਼ੈਕਟਿਵ ਮੈਂਬਰ ਸੀ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਇਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਤਾਂ ਤਾਲਮੇਲ ਕਰਨਾ ਹੀ ਸੀ। ਤਾਂ ਇਹ ਕਹਿੰਦੇ ਪਤਾ ਲੱਗਿਆ ਕਿ ਉਸ ਸਮੇਂ ਉਦੋਂ ਇਹ ਗੱਲ ਕਹੀ ਗਈ ਕਿ ਇਸ ਬੇਅਦਬੀ ਨੂੰ ਇਸੇ ਤਰ੍ਹਾਂ ਦੱਬ ਦਿੱਤਾ ਜਾਵੇ, ਕਿਉਂਕਿ ਇਲੈਕਸ਼ਨਾਂ ਨੇੜੇ ਹੈ।
ਜੇਕਰ ਇਹ ਬੇਅਦਬੀ ਲੋਕਾਂ ਦੇ ਸਾਹਮਣੇ ਆ ਗਈ ਤਾਂ ਲੋਕਾਂ ਨੇ ਸਾਡੇ ਪ੍ਰਤੀ ਨਫ਼ਰਤ ਪੈਦਾ ਹੋ ਜਾਣੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਸਿੱਧਾ ਤਾਲਮੇਲ ਹੈ ਜਿਹੜਾ ਉਹ ਬਾਦਲ ਅਕਾਲੀ ਦਲ ਦਾ। ਜਦੋਂ ਪ੍ਰਧਾਨਗੀ ਦੀ ਚੋਣ ਹੁੰਦੀ ਆ ਨਵੰਬਰ 'ਚ, ਹੁਣ ਵੀ ਹੋਣੀ ਹੈ, ਹੁਣ ਵੀ ਲਿਫਾਫਾ ਬਾਦਲਾਂ ਨੇ ਭੇਜਣਾ, ਕਿਹੜਾ ਪ੍ਰਧਾਨ ਬਣਾਉਣਾ, ਮੈਂਬਰਾਂ ਦੀ ਤਾਂ ਕੋਈ ਗੱਲ ਨਹੀਂ ਨਾ ਜੀ ਹੈ। ਸੋ ਇਸ ਕਰਕੇ ਉਦੋਂ ਇਹਨਾਂ ਨੇ ਰਾਤੋਂ ਰਾਤ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਸੀਗੇ ਬੱਸ ਦੇ ਵਿੱਚ ਰੱਖੇ, ਮੂਹਰੇ ਜਿਪਸੀਆਂ ਲਾਈਆਂ, ਸੋ ਉਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਕੇ ਗਏ। ਕਈ ਸਰੂਪ ਤਾਂ ਜੀ ਅਗਨ ਭੇਟ ਹੋਏ ਹੋਏ ਸੀਗੇ, ਕਈ ਸਰੂਪ ਹਲੇ ਜਿਵੇਂ ਫਾਇਰ ਬ੍ਰਿਗੇਡ ਮੰਗਾਈ ਗਈ ਅਤੇ ਉਹਦੇ ਨਾਲ ਪਾਣੀ ਦੇ ਨਾਲ ਵੀ ਖਰਾਬ ਹੋਏ ਹੋਏ ਸੀ, ਉਹਨਾਂ ਦਾ ਵੀ ਜਾ ਕੇ ਸੰਸਕਾਰ ਕਰ ਦਿੱਤਾ ਗਿਆ, ਜੋ ਜਾਂਚ ਦੇ ਵਿੱਚ ਸਾਹਮਣੇ ਆਇਆ, ਜੋ ਅੰਦਰੂਨੀ ਜਾਂਚ ਵੀ ਸਿੱਖ ਜਥੇਬੰਦੀਆਂ ਨੇ ਕੀਤੀ ਹੈ। ਸੋ ਇਸ ਕਰਕੇ ਉਹਦਾ ਮੇਨ ਕਾਰਨ ਤਾਂ ਇਹੀ ਸੀ ਨਾ ਜੀ ਕਿ ਜਿਹੜੀ ਇਲੈਕਸ਼ਨ ਆ ਰਹੀ ਸੀਗੀ ਆਹ 2017 ਵਾਲੀ, ਆਪਣੀ ਇਲੈਕਸ਼ਨ ਦੇ ਹਾਰ ਦੇ ਡਰੋਂ ਇਹ ਲੋਕ ਚਾਹੁੰਦੇ ਨਹੀਂ ਸੀਗੇ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇੰਨੇ ਵੱਡੇ ਪੱਧਰ 'ਤੇ, ਹੁਣ ਮੈਂ ਇੱਕ ਗੱਲ ਵੱਡੇ ਪੱਧਰ 'ਤੇ ਹੋਈ ਬੇਅਦਬੀ ਸਾਹਮਣੇ ਆਵੇ, ਮੈਂ ਇੱਕ ਗੱਲ ਤੁਹਾਡੇ ਧਿਆਨ ਗੋਚਰੇ ਲਿਆਉਣਾ ਹੈ। ਕਿਸੇ ਗੁਰੂ ਘਰ ਦੇ ਵਿੱਚ ਕੋਈ ਅਗਨੀ ਗੱਲ ਹੋ ਜਾਂਦੀ ਹੈ, ਕਿਤੇ ਅੱਗ ਲੱਗ ਜਾਂਦੀ ਹੈ, ਦੁਰਘਟਨਾ ਹੋ ਜਾਂਦੀ ਹੈ, ਤਾਂ ਸਾਰਾ ਪਿੰਡ ਰਲ ਕੇ ਉੱਥੇ ਪਛਚਾਤਾਪ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੀੜ ਦੀ ਅਗਨ ਭੇਟ ਹੋ ਗਈ ਜਾਂ ਕੋਈ ਇਹੋ ਜਿਹਾ ਕਾਰਨ ਵਾਪਰ ਗਿਆ, ਅਖੰਡ ਪਾਠ ਸਾਹਿਬ ਕਰਾਏ ਜਾਂਦੇ ਹੈ। ਜੇਕਰ ਕੋਈ ਅਜਿਹਾ ਘਟਨਾ ਵਾਪਰ ਵੀ ਗਈ ਸੀ ਤਾਂ ਇਹਨਾਂ ਨੇ ਇਕੱਠੇ ਹੋ ਕੇ ਦੱਸਣਾ ਸੀ ਕਿ ਆਹ ਘਟਨਾ ਵਾਪਰ ਗਈ, ਕੌਮ ਇਕੱਠੀ ਹੋ ਕੇ ਉੱਥੇ ਕੋਈ ਅਖੰਡ ਪਾਠ ਸਾਹਿਬ ਕਰਾਉਂਦੀ, ਕੋਈ ਅਜਿਹੇ ਹਾਲਾਤ ਬਣਦੇ, ਸਾਰੇ ਇਕੱਠੇ ਹੁੰਦੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਾਰਿਆਂ ਦਾ ਸਾਂਝਾ ਹੈ। ਲੇਕਿਨ ਉਹਨੂੰ ਲੁਕਾਉਣ ਦਾ ਕਾਰਨ ਕੀ ਸੀ? ਲੁਕੋਇਆ ਤਾਂ ਇਸੇ ਕਰਕੇ ਕਿ ਇਹਨਾਂ ਨੇ 2017 ਦੀਆਂ ਇਲੈਕਸ਼ਨਾਂ ਨੂੰ ਪ੍ਰਮੁੱਖ ਰੱਖਿਆ। ਔਰ ਅੱਜ ਅਸੀਂ ਨਹੀਂ ਕਹਿੰਦੇ, ਅੱਜ ਹਰ ਅਖਬਾਰ ਦੀ ਸੱਤਰ ਬੋਲਦੀ ਹੈ, ਹਰ ਜਾਂਚ ਕਮੇਟੀ ਬੋਲਦੀ ਹੈ। ਔਰ ਇੱਥੋਂ ਤੱਕ ਵੀ ਜੇਕਰ ਅਕਾਲ ਤਖਤ ਦਾ ਜਥੇਦਾਰ, ਮੈਨੂੰ ਪਤਾ ਲੱਗਿਆ ਕਿ ਜੇਕਰ ਉਹ ਭਵਨ ਹੈ ਜਿਹੜਾ ਉਹਨੂੰ ਬੰਦ ਨਾ ਕਰਾਉਂਦੇ ਤਾਂ ਜਿਹੜਾ ਇਹਨਾਂ ਨੇ ਸੀਏ ਰੱਖਿਆ ਸੀ ਕੋਹਲੀ, ਉਹਨੇ ਤਾਂ ਪ੍ਰਬੰਧ ਕਰ ਲਿਆ ਸੀ ਕਿ ਨਵੀਆਂ ਬੀੜਾਂ ਛਪਾ ਕੇ 19 ਬੀੜਾਂ ਉਹਦੇ ਵਿੱਚ ਜਮ੍ਹਾਂ ਕਰਵਾ ਦਿੰਦੇ, ਜਮ੍ਹਾਂ ਕਰਵਾ ਕੇ ਰਿਕਾਰਡ ਦੇ ਵਿੱਚ ਪੂਰੀਆਂ ਕਰਵਾ ਦਿੰਦੇ। ਅਤੇ ਇਹ ਤਾਂ ਜਿਹੜੀ ਜਾਂਚ ਵੀ ਹੁਣ ਮਾੜੀ ਮੋਟੀ ਕਲੀਅਰ ਹੋ ਜਾਣੀ ਹੈ ਜਾਂ ਇਹਨਾਂ ਦਾ ਪਾਪ ਮੂਹਰੇ ਆਉਣਾ ਹੈ, ਉਹਦਾ ਮੇਨ ਕਾਰਨ ਇਹੀ ਹੈ ਕਿ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਰੋਹ ਫੈਲ ਗਿਆ ਅਤੇ ਜਾਂਚ ਸ਼ੁਰੂ ਹੋ ਗਈ, ਇਸ ਕਰਕੇ ਇਹ ਸਾਹਮਣੇ ਆ ਰਿਹਾ ਜੀ। ਮਹਾਰਾਜ ਸਰੂਪਾਂ ਦੀ ਛਪਾਈ 'ਚ ਤਾਂ ਹੁਣ ਵੀ ਸਵਾਲ ਖੜੇ ਹੋ ਰਹੇ ਨੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਨਾਲ ਜੀ ਜਿਹੜੀ ਗੁਰੂ ਮਹਾਰਾਜ ਦੇ ਸਰੂਪਾਂ ਦੀ ਛਪਾਈ ਹੈ, ਪਹਿਲਾਂ ਆਮ ਤੌਰ 'ਤੇ ਕਾਫੀ ਜਗ੍ਹਾ ਹੋਣ ਲੱਗ ਗਈ ਸੀ। ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਹੁਕਮ ਤੋਂ ਬਾਅਦ ਇਹ ਕਹਿਤਾ ਸੀ ਕਿ ਕੇਵਲ ਤੋਂ ਕੇਵਲ ਸ਼੍ਰੋਮਣੀ ਕਮੇਟੀ ਹੀ ਇਹਨਾਂ ਸਰੂਪਾਂ ਨੂੰ ਛਾਪੇਗੀ। ਔਰ ਉਸ ਤੋਂ ਉਪਰੰਤ ਹੁਣ ਜਿੱਥੇ ਛਪਾਈ ਹੁੰਦੀ ਸੀ, ਮੈਂ ਜਿਹੜੇ ਸਵਰਗੀ ਹਰਚਰਨ ਸਿੰਘ ਜੀ ਜਿਹੜੇ ਸਕੱਤਰ ਰਹੇ ਹੈ ਸ਼੍ਰੋਮਣੀ ਕਮੇਟੀ ਦੇ, ਮੇਰਾ ਅਗਲਾ ਸਵਾਲ ਉਹੀ ਸੀ ਕਿ ਉਹਨਾਂ ਦੀ ਮੌਤ 'ਤੇ ਵੀ ਸਵਾਲ ਜੇ ਪੈਦਾ ਹੋ ਰਹੇ ਨੇ ਕਿ ਅਖਬਾਰ ਲਿਖਦੇ ਨੇ, ਉਹਦਾ ਵੀ ਫਿਰ ਤੁਸੀਂ ਵੇਰਵਾ ਦਿਓ, ਉਹ ਕਿਵੇਂ ਹੈ? ਹਾਂ ਬਿਲਕੁਲ ਜੀ, ਜਿਹੜੀ ਹਰਚਰਨ ਸਿੰਘ ਜੀ ਸੀਗੇ, ਬੜੇ ਇੰਟੈਕਚੁਅਲ ਬੰਦੇ ਸੀਗੇ, ਇੰਡੀਅਨ ਐਕਸਪ੍ਰੈਸ ਦੇ ਉਹ ਰਹੇ ਹੈ, ਕਾਫੀ ਵੱਡੇ ਸੰਪਾਦਕ ਰਹੇ ਹੈ। ਸੋ 7-8 ਲੱਖ ਦੀ ਤਨਖਾਹ ਵੀ ਲੈਂਦੇ ਸੀ। ਸੋ ਇਹੋ ਜਿਹੇ ਪੜ੍ਹੇ ਲਿਖੇ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਸਾਂਭ ਕੇ ਰੱਖਣਾ ਚਾਹੀਦਾ ਸੀ। ਲੇਕਿਨ ਚਲੋ ਉਹਨਾਂ ਨੇ ਜਿੰਨੀ ਸੇਵਾ ਕੀਤੀ, ਉਸ ਦੌਰਾਨ ਉਹਨਾਂ ਨੇ ਕਾਫੀ ਕੁਛ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਤੱਥ ਭਰਪੂਰ, ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਨੁਕਸਾਨ ਕਰ ਰਿਹਾ ਬਾਦਲ ਟੋਲਾ, ਉਹ ਕੱਢਿਆ। ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਹੀ ਇੱਕ ਆਪਣੀ ਕਿਤਾਬ ਵੀ ਰਿਲੀਜ਼ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕੀ ਕੀ ਕੁਛ ਹੋ ਰਿਹਾ ਹੈ। ਔਰ ਪਿੱਛੇ ਜੇ ਰਿਲੀਜ਼, ਮੇਰਾ ਖਿਆਲ ਹੈ ਰਿਲੀਜ਼ ਉਹਨਾਂ ਨੇ ਕੀਤੀ ਹੈ, ਇੱਕ ਉਹਨਾਂ ਦਾ ਰਿਲੀਜ਼ਿੰਗ ਦਾ ਜਿਹੜਾ ਪ੍ਰੋਗਰਾਮ ਸੀ ਉਹ ਵੀ ਸਾਹਮਣੇ ਆਇਆ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਮੈਂ ਜਿੱਥੇ ਗੁਰੂ ਮਹਾਰਾਜ ਦੀ ਛਪਾਈ ਹੁੰਦੀ ਸੀ, ਮੈਂ ਜਦੋਂ ਉੱਥੇ ਗਿਆ, ਉੱਥੇ ਜਾ ਕੇ ਮੈਂ ਦੇਖਦਾ ਕਿ ਜਿਹੜੇ ਕਮਰੇ ਛਪਾਈ ਹੁੰਦੀ ਸੀ, ਬਾਈਂਡਿੰਗ ਹੁੰਦੀ ਸੀ, ਗੁਰੂ ਮਹਾਰਾਜ ਦੇ ਸਰੂਪ ਜਿਹੜੇ ਪੰਨਿਆਂ 'ਤੇ ਛਪਦੇ ਸੀ, ਜਿਹੜੀਆਂ ਸਾਈਡਾਂ 'ਤੇ ਕਾਤਰਾਂ ਰਹਿ ਜਾਂਦੀਆਂ ਸੀ, ਉਹ ਕਾਤਰਾਂ ਵੀ ਖੁੰਝੇ ਦੇ ਵਿੱਚ ਢੇਰ ਲਾ ਕੇ ਗੇਰ ਦਿੱਤਾ ਜਾਂਦਾ ਸੀ। ਔਰ ਜਿਹੜੇ ਬੰਦੇ ਉੱਥੇ ਛਾਪਦੇ ਸੀ, ਉਹ ਆਪਣੇ ਕੱਪੜਿਆਂ ਨੂੰ ਕਿੱਲੇ 'ਤੇ ਟੰਗ ਕੇ, ਮਤਲਬ ਇਸ ਤਰ੍ਹਾਂ ਬਹਿੰਦੇ ਸੀ ਜਿਵੇਂ ਆਮ ਕਿਤਾਬ ਛਾਪੀ ਦੀ ਹੈ। ਹੁਣ ਮਾਫ਼ ਕਰਨਾ ਪੰਗੂ ਸਾਹਿਬ, ਜਦੋਂ ਅਸੀਂ ਇਹ ਲਫ਼ਜ਼ ਬੋਲਦੇ ਹਾਂ ਤਾਂ ਅਸੀਂ ਆਪਣੇ ਗੁਰੂ ਬਾਰੇ ਇਹ ਗੱਲ ਦੱਸਦੇ ਹਾਂ, ਪੂਰੇ ਵਰਲਡ ਦੇ ਵਿੱਚ TV ਮਾਧਿਅਮ ਨਾਲ ਇਹ ਗੱਲ ਜਾਣੀ ਹੈ। ਲੇਕਿਨ ਕਈ ਸਾਨੂੰ ਸੱਜਣੇ ਸਵਾਲ ਕਰ ਦਿੰਦੇ ਆ ਕਿ ਆਪਣੇ ਧਰਮ ਦੇ ਬਾਰੇ ਤੁਸੀਂ ਇਸ ਤਰ੍ਹਾਂ ਜਦੋਂ ਬੋਲਦੇ ਆ ਤਾਂ ਤੁਹਾਡੇ ਧਰਮ ਦੀ ਗੱਲ, ਤੁਹਾਡੇ ਧਰਮ ਦਾ ਜਲੂਸ ਨਿਕਲਦਾ ਹੈ। ਪਰੰਤੂ ਕਰਿਆ ਕੀ ਜਾਵੇ, ਸਾਨੂੰ ਦੱਸਣਾ ਵੀ ਪੈਣਾ, ਲੋਕਾਂ ਨੂੰ ਅਵੇਅਰ ਵੀ ਕਰਨਾ ਪੈਣਾ। ਜਦੋਂ ਹੁਣ ਇਹ ਗੱਲ ਅਸੀਂ ਦੱਸਾਂਗੇ ਤਾਂ ਵਰਲਡ ਦੇ ਵਿੱਚ ਜਿਹੜਾ ਤੁਹਾਡੇ ਚੈਨਲ ਪੰਜਾਬੀ ਨੂੰ ਅਤੇ ਗਲੋਬਲ ਪੰਜਾਬ ਦੇ ਜ਼ਰੀਏ ਜਿਹੜੇ ਵਰਲਡ ਦੇ ਵਿੱਚ ਬੈਠੇ ਪੰਜਾਬੀ ਆ, ਗੁਰਸਿੱਖਾਂ ਸੁਣਨਗੇ, ਘੱਟੋ ਘੱਟ ਇਹਨਾਂ ਲੋਕਾਂ ਨੂੰ ਜਵਾਬ ਤਾਂ ਲੈਣਗੇ ਨਾ ਜੀ। ਹੁਣ ਹਰਚਰਨ ਸਿੰਘ ਵੱਲੋਂ ਦੱਸੀ ਗੱਲ ਕਿ ਮੈਂ ਉਦੋਂ ਜਾ ਕੇ ਘੱਟੋ ਘੱਟ ਇਹ ਸੁਧਾਰ ਕਰਾਇਆ, AC ਲਵਾਇਆ ਜਿੱਥੇ ਗੁਰੂ ਮਹਾਰਾਜ ਦੀ ਛਪਾਈ ਹੁੰਦੀ ਸੀ, ਅਤੇ ਹੋਰ ਇੱਥੇ ਬਾਈਂਡਿੰਗ ਹੁੰਦੀ ਸੀ, ਹੋਰ ਕਾਫੀ ਕੁਛ ਉਹਨਾਂ ਨੇ ਕਰਵਾਇਆ। ਸੋ ਮੈਂ ਆਮ ਸਿੱਖ ਨੂੰ ਕਹਾਂਗਾ ਕਿ ਉਹਨਾਂ ਵੱਲੋਂ ਛਪਾਈ ਹੋਈ ਕਿਤਾਬ ਹੈ ਜਿਹੜੀ ਛਾਪੀ ਹੈ, ਉਹ ਜ਼ਰੂਰ ਪ੍ਰਕਾਸ਼ਿਤ ਕੀਤੀ ਹੈ, ਉਹ ਜ਼ਰੂਰ ਪੜ੍ਹਨ, ਉਹਦੇ ਵਿੱਚੋਂ ਕਾਫੀ ਤੱਥ ਮਿਲਣਗੇ। ਜਿਹੜਾ ਤੁਸੀਂ ਕਿਹਾ ਕਿ ਸ਼ੰਕਾ ਦੇ ਘੇਰੇ ਵਿੱਚ ਉਹਨਾਂ ਦੀ ਮੌਤ, ਬਿਲਕੁਲ, ਕਿਉਂਕਿ ਉਹਨਾਂ ਨੂੰ ਵੀ ਇਹਨਾਂ ਨੇ ਸ਼ੰਕਾ ਦੇ ਘੇਰੇ 'ਚ ਲਿਆਂਦਾ ਸੀ ਕਿ ਉਹ ਵੀ ਜ਼ਿੰਮੇਵਾਰ ਹੈ, ਲੇਕਿਨ ਉਹ ਰਿਜ਼ਾਈਨ ਕਰ ਗਏ ਸੀ। ਚਲੋ
ਉਹ ਗੱਲ ਵੱਖਰੀ ਹੈ। ਹੁਣ ਹਾਲਾਤ ਜਿਹੜੇ ਬਣੇ ਪਏ ਆ ਇਸ ਟਾਈਮ ਉਹ ਇਹ ਹੈ ਕਿ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਹੈ, ਇਹਨਾਂ ਵੱਲੋਂ ਥਾਪੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਜਿਹੜੇ ਅਧਿਕਾਰੀ ਦੋਸ਼ੀ ਆ ਉਹਨਾਂ ਖਿਲਾਫ ਮੁਕੱਦਮਾ ਦਰਜ ਕਰਾਇਆ ਜਾਵੇ। ਲੇਕਿਨ ਇੱਕ ਪਾਸੇ ਸ਼੍ਰੋਮਣੀ ਕਮੇਟੀ ਖੜੀ ਹੈ ਜਿਹਦੇ ਪ੍ਰਧਾਨ ਲੌਂਗੋਵਾਲ ਹੈ, ਜਿਨ੍ਹਾਂ ਨੇ ਪਹਿਲਾਂ ਆਪ ਹੀ ਕਿਹਾ ਸੀ ਕਿ ਜੋ ਫੈਸਲਾ ਅਕਾਲ ਤਖਤ ਕਰੇਗਾ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਹੈ ਰਿਪੋਰਟ, ਅਕਾਲ ਤਖਤ ਦਾ ਫੈਸਲਾ ਮੰਨਿਆ ਜਾਏਗਾ। ਹੁਣ ਆਪੇ ਅਕਾਲ ਤਖਤ ਦੀ ਗੱਲ ਤੋਂ ਅਕਾਲ ਤਖਤ ਦੇ ਪ੍ਰਧਾਨ ਲੌਂਗੋਵਾਲ ਤੇ ਇਹਨਾਂ ਦੀ ਐਗਜ਼ੈਕਟਿਵ ਕਮੇਟੀ ਦੇ ਸ਼੍ਰੋਮਣੀ ਕਮੇਟੀ ਮੁਨਕਰ ਹੋ ਰਹੀ ਹੈ। ਹੁਣ ਇੱਥੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹਨਾਂ ਦੇ ਲਈ ਅਕਾਲ ਤਖਤ ਦੀ ਕੋਈ ਮਾਇਨਾ ਨਹੀਂ ਰੱਖਦਾ, ਇਹਨਾਂ ਦੇ ਲਈ ਅਕਾਲ ਤਖਤ ਦਾ ਜਥੇਦਾਰ ਕੋਈ ਮਾਇਨੇ ਨਹੀਂ ਰੱਖਦਾ। ਬਾਦਲਾਂ ਲਈ ਤਾਂ ਕੇਵਲ ਸਿਆਸਤ ਮਾਇਨੇ ਰੱਖਦੀ ਹੈ। ਜੇ ਇਹਨਾਂ ਦੇ ਅਕਾਲ ਤਖਤ ਮਾਇਨੇ ਨਹੀਂ ਰੱਖਦਾ ਤਾਂ ਤੁਸੀਂ ਬਰਗਾੜੀ ਤੋਂ ਲੈ ਕੇ ਅੱਜ ਤੱਕ ਇਹ 2-4 ਸਾਲ ਦਾ ਟਾਈਮ ਕਿਵੇਂ ਦੇਖਦੇ ਹੋ, ਕਿਉਂਕਿ ਇਹਨਾਂ ਸਾਲਾਂ ਦੇ ਵਿੱਚ ਗੁਰੂ ਮਹਾਰਾਜ ਦੀ ਬੇਅਦਬੀ ਵਧੀ ਹੋਵੇ? ਦੇਖੋ, ਬਰਗਾੜੀ ਦੇ ਵਿੱਚ ਵੀ ਗੱਲ ਕਲੀਅਰ ਹੈ। ਜਦੋਂ ਬਰਗਾੜੀ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ, ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਹੋਣ ਦੇ ਬਾਵਜੂਦ ਬਰਗਾੜੀ 'ਚ ਪਹਿਲਾਂ ਲੋਕ ਕੰਧਾਂ ਦੇ ਉੱਤੇ ਲਾਇਆ ਗਿਆ ਕਿ ਤੁਹਾਡੇ ਗੁਰੂ ਨੂੰ ਅਸੀਂ ਚੱਕ ਕੇ ਲੈ ਜਾਣਾ, ਫਿਰ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ, ਫਿਰ ਪੰਨੇ ਖਿਲਾਰੇ ਗਏ, ਅਤੇ ਉਹਦਾ ਜ਼ਿੰਮੇਵਾਰ ਕੌਣ ਹੈ? 8 ਦਿਨ ਪਹਿਲਾਂ ਵਿਰੋਧੀਆਂ ਨੇ ਲਾਇਆ ਕਿ ਤੁਹਾਡੇ ਗੁਰੂ ਨੂੰ ਅਸੀਂ ਚੱਕ ਕੇ ਲੈ ਜਾਣਾ। ਜੇ ਉਸੇ ਟਾਈਮ ਨਹੀਂ ਸੂਬੇ ਦਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਜਿਹੜਾ ਅਕਾਲੀ ਦਲ ਦਾ ਪ੍ਰਧਾਨ ਕਹਾਉਂਦਾ ਹੈ, ਜੇ ਉਸੇ ਟਾਈਮ ਨਹੀਂ ਹਰਕਤ ਦੇ ਵਿੱਚ ਆਉਂਦਾ, ਜਿਹਦੇ ਕੰਟਰੋਲ 'ਚ ਪੁਲਿਸ ਹੈ, ਤਾਂ ਉਹਨੂੰ ਕੀ ਦੇਖਾਂਗੇ ਜੀ ਅਸੀਂ? ਉਹਨੂੰ ਤਾਂ ਇਹੀ ਦੇਖਾਂਗੇ ਨਾ ਕਿ ਇਹਨਾਂ ਨੇ ਕੇਵਲ ਤੋਂ ਕੇਵਲ ਆਪਣੀ ਰਾਜਸੱਤਾ ਪ੍ਰਾਪਤ ਕਰਨੀ ਹੈ। ਅਤੇ ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਦੀ ਬੇਅਦਬੀ ਹੋਈ। ਜਦੋਂ ਪੰਥਕ ਜਥੇਬੰਦੀਆਂ ਨੇ ਇਹ ਕਿਹਾ ਕਿ ਸਾਡਾ ਗੁਰੂ ਲੱਭ ਕੇ ਦੇ ਦਿਓ, ਗੁਰੂ ਕਿੱਥੇ ਗਿਆ ਸਾਡਾ, ਤਾਂ ਜਥੇਬੰਦੀਆਂ ਜਿਹੜੀਆਂ ਬੈਠੀਆਂ ਸੀ ਉਹਨਾਂ ਨੂੰ ਖਦੇੜਨ ਦੇ ਲਈ, ਉਹਨਾਂ ਨੂੰ ਉੱਥੋਂ ਭਜਾਉਣ ਦੇ ਲਈ ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ। ਭੰਗੂ ਸਾਹਿਬ ਹਿੰਦੁਸਤਾਨ ਦੇ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਜੇਕਰ ਕੋਈ ਆਪਣਾ ਰਾਈਟ ਮੰਗਦਾ ਹੈ, ਭੀੜ ਜਮ੍ਹਾਂ ਹੋ ਗਈ, ਤਾਂ ਉਹਦੇ ਉੱਤੇ ਪਹਿਲਾਂ ਪਾਣੀ ਦੀਆਂ ਵਿਛਾੜਾਂ ਛੱਡੋ, ਫਿਰ ਅੱਥਰੂ ਗੈਸ ਛੱਡੋ, ਫਿਰ ਲਾਠੀ ਚਾਰਜ ਕਰੋ, ਅਖੀਰ ਦੇ ਵਿੱਚ ਜੇ ਗੋਲੀ ਚਲਾਉਣੀ ਹੈ ਉਹ ਵੀ ਤੁਸੀਂ ਪਲਾਸਟਿਕ ਦੀ ਗੋਲੀ ਚਲਾਉਣੀ ਹੈ। ਜੇ ਭੀੜ ਬੇਕਾਬੂ ਹੋ ਗਈ, ਅਸਲੀ ਗੋਲੀ ਚਲਾਉਣੀ ਹੈ ਉਹ ਵੀ ਗੋਡਿਆਂ ਤੋਂ ਥੱਲੇ ਚਲਾਉਣੀ ਹੈ। ਲੇਕਿਨ ਬਾਦਲ ਦੇ ਰਾਜ ਵਿੱਚ 1978 ਤੋਂ ਲੈ ਕੇ ਅੱਜ ਤੱਕ ਜਿੰਨੀ ਵਾਰੀ ਵੀ ਸੀਐਮ ਸਾਹਿਬ ਬਾਦਲ ਸਾਹਿਬ ਬਣੇ ਹੈ, ਸੀਐਮ ਬਣੇ ਹੈ, ਇਹਨਾਂ ਨੇ ਜੇ ਸਿੱਧੀਆਂ ਗੋਲੀਆਂ ਚਲਾਈਆਂ ਤਾਂ ਨਾਂ ਲਿਆ ਇਹਨਾਂ ਨੇ ਪੰਥ ਦਾ ਕਿ ਪੰਥ ਨੂੰ ਖਤਰਾ ਹੈ, ਵੋਟਾਂ ਪਾਓ, ਔਰ ਪੰਥਕ ਮੁੰਡਿਆਂ ਦੇ ਉੱਤੇ ਗੋਲੀਆਂ ਚਲਾਈਆਂ। ਤੁਸੀਂ ਪਿਛਲਾ ਇਤਿਹਾਸ ਫੋਲ ਲਓ, ਹੋ ਸਕਦਾ ਪਹਿਲੇ ਸਮਿਆਂ 'ਚ ਅਸੀਂ ਵੀ ਅਕਾਲੀ ਦਲ ਦੇ ਵਿੱਚ ਰਹੇ ਹੋਵਾਂਗੇ, ਅਸੀਂ ਉਹ ਅਕਾਲੀ ਹਾਂ ਜਿਹੜੇ ਅਕਾਲ ਤੋਂ ਡਰਦੇ ਹਾਂ। ਬਾਦਲ ਤੋਂ ਨਹੀਂ ਡਰ ਕੇ ਅਕਾਲੀ ਹਟਾਇਆ ਜਾਂਦਾ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਦਾ ਮੁੱਢਲਾ ਜਿਹੜਾ ਅਸੂਲ ਹੈ ਉਹ ਇਹ ਹੈ ਕਿ ਵੋਟ ਪੰਥ ਦੇ ਨਾਂ 'ਤੇ ਲਓ ਅਤੇ ਗੋਲੀਆਂ ਵੀ ਪੰਥਕ ਨੌਜਵਾਨਾਂ ਨੂੰ ਮਾਰੋ। ਔਰ ਜਿੰਨੀ ਵਾਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਆ, 78 'ਚ SYL ਵਾਸਤੇ ਜਿਹੜੀ ਧਾਰਾ ਲਾ ਕੇ ਜ਼ਮੀਨ ਵੀ ਇਹਨਾਂ ਨੇ ਦੇਤੀ ਕੇਂਦਰ ਨੂੰ। ਬਾਅਦ ਦੇ ਵਿੱਚ ਜਦੋਂ ਇਹਨਾਂ ਦੀ ਮਿਨਿਸਟਰੀ 'ਚ ਚੀਫ ਮਿਨਿਸਟਰੀ ਚਲੀ ਗਈ ਅਤੇ ਬਾਅਦ 'ਚ ਧਰਨੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਾਈ ਗਏ। ਹੁਣ ਫਿਰ ਤੁਸੀਂ ਇਹ ਗੁਰੂ ਮਹਾਰਾਜ ਦੇ ਸਰੂਪ ਲਾਪਤਾ ਸੀ, ਇਹ ਲੌਂਗੋਵਾਲ ਨੇ ਕਾਨਫਰੰਸ ਕਰਕੇ ਕਹਿਤਾ ਕਿ ਇੱਦਾਂ ਨਹੀਂ ਇਹ ਮਾਮਲਾ, ਫਿਰ ਤੁਸੀਂ ਪੰਥਕ ਅਕਾਲੀ ਲਹਿਰ ਵੱਲੋਂ ਅਤੇ ਪੰਥਕ ਅਕਾਲੀ ਲਹਿਰ ਹੁਣ ਕੀ ਸਟੈਂਡ ਹੋਊਗਾ ਅਤੇ ਕੀ ਕਹਿਣਾ ਹੋਊਗਾ ਲੌਂਗੋਵਾਲ ਦੀ ਕਾਨਫਰੰਸ ਤੋਂ ਬਾਅਦ? ਵੈਸੇ ਤਾਂ ਜੀ ਮੈਂ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਗੁਰਸਿੱਖ ਨਾਮ ਲੇਵਾ ਸਿੱਖ ਸੰਗਤਾਂ ਜਥੇਬੰਦੀਆਂ ਬੈਠੀਆਂ, ਉਹਨਾਂ ਸਾਰਿਆਂ ਦਾ ਹੀ ਇਹ ਬਹੁਤ ਵੱਡਾ ਉਪਰਾਲਾ ਹੈ ਜਿਨ੍ਹਾਂ ਨੇ ਇਹ ਮਸਲੇ ਚੱਕੇ। ਲੇਕਿਨ ਬਹੁਤ ਵੱਡੇ ਪੱਧਰ 'ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਪ੍ਰਧਾਨ ਪੰਥਕ ਅਕਾਲੀ ਲਹਿਰ, ਸਾਬਕਾ ਜਥੇਦਾਰ ਸਾਹਿਬ, ਉਹਨਾਂ ਵੱਲੋਂ ਪਾਏ ਹੋਏ ਦਬਾਅ ਸਦਕਾ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ, ਜਿੰਨਾ ਉਹਨਾਂ ਨੇ ਭਾਵੇਂ ਉਹ ਮੀਡੀਆ ਰਾਹੀਂ, ਭਾਵੇਂ ਮੀਟਿੰਗਾਂ ਰਾਹੀਂ, ਭਾਵੇਂ ਵੱਡੀਆਂ ਕਾਨਫਰੰਸਾਂ ਰਾਹੀਂ, ਔਰ ਇਸ ਮਸਲੇ ਦੇ ਉੱਤੇ ਜਿੰਨਾ ਉਹਨਾਂ ਨੇ ਆਪਣਾ ਇੰਟਰਵਿਊਜ਼ ਲਾ ਲਓ, ਜਿੰਨਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਦਬਾਅ ਪਾ ਕੇ ਰੱਖਿਆ, ਉਹਨਾਂ ਵੱਲੋਂ ਪਾਏ ਹੋਏ ਦਬਾਅ ਸਦਕਾ ਇਹ ਜਿਹੜੀ ਇੱਥੋਂ ਤੱਕ ਗਈ ਹੈ ਗੁਰੂ ਮਹਾਰਾਜ ਦੀ ਇਹ ਪੜਤਾਲ। ਔਰ ਜਿਹੜਾ ਤੁਸੀਂ ਹੁਣ ਸਵਾਲ ਪੁੱਛਿਆ, ਇਸ ਸਵਾਲ ਦਾ ਮੈਂ ਇੱਕੋ ਜਵਾਬ ਦੇਵਾਂਗਾ ਕਿ ਪੰਥਕ ਅਕਾਲੀ ਲਹਿਰ ਦਾ ਮੁੱਢਲਾ ਮਕਸਦ ਹੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਇਹ ਨਿਘਾਰ ਆ ਚੁੱਕਿਆ ਇਹਨੂੰ ਸੁਧਾਰਨਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਕਰੇ ਕਿ ਸ਼੍ਰੋਮਣੀ ਕਮੇਟੀ ਇਹਨਾਂ ਮਸੰਦਾਂ ਤੋਂ ਅਸੀਂ ਬਚਾਈਏ। ਅਸੀਂ ਬਹੁਤ ਜਲਦੀ 2-3 ਦਿਨਾਂ ਦੇ ਵਿੱਚ, 4 ਦਿਨਾਂ 'ਚ ਪੰਥਕ ਅਕਾਲੀ ਲਹਿਰ ਦੀ ਜਿਹੜੀ ਕਾਰਜਕਾਰਨੀ ਹੈ, ਜਿਹੜੀ ਐਗਜ਼ੈਕਟਿਵ ਕਮੇਟੀ ਹੈ, ਉਹਦੀ ਮੀਟਿੰਗ ਬੁਲਾ ਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਥੱਲੇ ਜਿਹੜਾ ਫੈਸਲਾ ਅਗਲਾ ਹੋਏਗਾ ਕਿ ਅਸੀਂ ਇਸ ਮਸਲੇ ਦੇ ਉੱਤੇ ਕੀ ਅਸੀਂ ਸੰਘਰਸ਼ ਛੇੜਨਾ ਹੈ, ਉਹਦੇ ਉੱਤੇ ਫੈਸਲਾ ਕਰਕੇ ਅਸੀਂ ਨਵੀਂ ਰੂਪ ਰੇਖਾ ਦੇਵਾਂਗੇ। ਕਿਉਂਕਿ ਅੱਜ ਦਾ ਜਿਹੜਾ ਸਮਾਂ, ਅੱਜ ਦਾ ਸਿੱਧਾ ਟਕਰਾਵ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਕਾਲ ਤਖਤ ਦੇ ਹੁਕਮਾਂ ਦੇ ਨਾਲ ਪਾਇਆ, ਇਹ ਬਹੁਤ ਵੱਡਾ ਟਕਰਾਵ ਹੈ।
ਭਾਵੇਂ ਹਰਪ੍ਰੀਤ ਸਿੰਘ ਬਾਦਲਾਂ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੌਜੂਦਾ ਵੱਲੋਂ ਲਾਇਆ ਹੋਇਆ ਹੈ, ਲੇਕਿਨ ਇੱਕ ਸੰਸਥਾ ਦਾ ਉਹ ਅਕਾਲ ਤਖਤ ਦਾ ਜਥੇਦਾਰ ਹੈ। ਅਕਾਲ ਤਖਤ ਸਾਰਿਆਂ ਦਾ ਸਾਂਝਾ ਇੱਕ ਸੰਸਥਾ ਹੈ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਪਿਰਤ ਪਵੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਅਕਾਲ ਤਖਤ ਦੇ ਹੁਕਮ ਨੂੰ ਚੈਲੰਜ ਕਰੇ, ਜੋ ਬਾਦਲਾਂ ਵੱਲੋਂ ਥਾਪੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹੁਣ ਕੀਤਾ ਹੈ। ਤੁਸੀਂ ਐਸਜੀਪੀਸੀ ਦੀ ਗੱਲ ਕੀਤੀ ਕਿ ਅਸੀਂ ਮਸੰਦਾਂ ਤੋਂ ਖਹਿੜਾ ਛਡਵਾਉਣਾ ਹੈ, ਤਾਂ ਫਿਰ ਜੇਕਰ ਅਸੀਂ ਐਸਜੀਪੀਸੀ ਦੀ ਗੱਲ ਕਰੀ ਜਾਵੇ, ਐਸਜੀਪੀਸੀ ਇਲੈਕਸ਼ਨ ਦੀ ਗੱਲ ਕਰੀ ਜਾਵੇ, ਤੁਹਾਨੂੰ ਕਦੋਂ ਤੱਕ ਆਸ ਹੈ ਕਿ ਐਸਜੀਪੀਸੀ ਦੀ ਇਲੈਕਸ਼ਨ ਹੋ ਜਾਊਗੀ? ਵੈਸੇ ਤਾਂ ਜੇ ਦੇਖਿਆ ਜਾਵੇ ਤਾਂ ਬੀਜੇਪੀ ਨੂੰ ਬਾਦਲਾਂ ਨਾਲੋਂ ਮਤਲਬ ਨਰਮ ਬੰਦਾ ਕੋਈ ਨਹੀਂ ਲੱਭਦਾ। ਜੇਕਰ ਖੇਤੀ ਆਰਡੀਨੈਂਸ ਦੀ ਗੱਲ ਕਰੀਏ ਤਾਂ ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਹੈ, ਸਾਈਨ ਕਰ ਦਿੰਦੀ ਹੈ। ਜੇਕਰ ਪਾਣੀਆਂ ਦੀ ਗੱਲ ਕਰੀਏ, ਹਰਸਿਮਰਤ ਕੌਰ ਨੂੰ ਕੁਰਸੀ ਚਾਹੀਦੀ ਹੈ, ਸਾਈਨ ਕਰ ਦਿੰਦੀ ਹੈ। ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕਰੀਏ, ਜੰਮੂ ਕਸ਼ਮੀਰ 'ਚ ਉਹ ਕਹਿੰਦੀ ਹੈ ਜੀ ਪੰਜਾਬੀ ਭਾਵੇਂ ਮਿਲੇ ਨਾ ਮਿਲੇ ਸਾਈਨ ਕਰਾ ਲਓ, ਮੈਨੂੰ ਵਜ਼ੀਰੀ ਦੀ ਕੁਰਸੀ ਦੇ ਦਿਓ। ਉਹਨਾਂ ਨੂੰ ਕੇਵਲ ਤੋਂ ਕੇਵਲ ਕੁਰਸੀ ਚਾਹੀਦੀ ਹੈ। ਸੋ ਇਸ ਕਰਕੇ ਬੀਜੇਪੀ ਨੂੰ, ਕੇਂਦਰ ਨੂੰ ਕੇਵਲ ਤੋਂ ਕੇਵਲ ਬਾਦਲ ਫੈਮਿਲੀ ਫਿੱਟ ਹੈ। ਇਸ ਕਰਕੇ ਸਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੋਊਗੀ। ਲੇਕਿਨ ਜਨਵਰੀ ਫਰਵਰੀ ਦੇ ਵਿੱਚ ਜਿਹੜੀ ਇਹ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ ਪਿਛਲੀ ਟਰਮ, ਇਹ ਪੂਰੀ ਹੋਣ ਜਾ ਰਹੀ ਹੈ। ਸੋ ਪੂਰੀ ਟਰਮ ਹੋਣ ਤੋਂ ਬਾਅਦ ਲੱਗਦਾ ਹੈ ਵੀ ਜਨਵਰੀ ਫਰਵਰੀ ਦੇ ਵਿੱਚ ਇਲੈਕਸ਼ਨ ਡਿਊ ਪਈ ਹੈ। ਸੋ ਅਗਲੇ ਸਾਲ ਇਲੈਕਸ਼ਨ ਹੋਣ ਦੀ ਸੰਭਾਵਨਾ। ਜੇ ਇਲੈਕਸ਼ਨ ਹੁੰਦੀ ਹੈ ਤਾਂ ਬਾਦਲ ਕੋੜਮੇ ਦਾ ਜੇ ਸਫਾਇਆ ਹੁੰਦਾ ਹੈ, ਪੰਜਾਬ ਦੇ ਜਿਹੜੇ ਨੌਜਵਾਨ ਹੈ, ਪੰਜਾਬ ਦੇ ਗੁਰਸਿੱਖ ਹੈ, ਭਲੀ ਭਾਂਤ ਜਾਣੂ ਹੈ। ਔਰ ਇਸ ਵਾਰ ਸਿੱਧੀ ਵੋਟ ਹੈ ਜਿਹੜੀ ਉਹ ਗੁਰਸਿੱਖਾਂ ਦੀ ਪੈਣੀ ਹੈ, ਕੇਸਧਾਰੀ ਦੀ ਪੈਣੀ ਹੈ। ਔਰ ਗੁਰਸਿੱਖ ਆਪਣੇ ਤੌਰ 'ਤੇ ਆਪਣੇ ਵਧੀਆ ਉਮੀਦਵਾਰ ਲੱਭ ਕੇ, ਜੋ ਪੰਥਕ ਅਕਾਲੀ ਲਹਿਰ ਦਾ ਏਜੰਡਾ ਹੈ ਕਿ ਤੁਸੀਂ ਸਿਆਸਤ ਇੱਕ ਪਾਸੇ ਰੱਖ ਕੇ ਕੇਵਲ ਧਾਰਮਿਕ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਸੌਂਪੋ। ਜਿਵੇਂ ਹੁਣ ਗੋਬਿੰਦ ਸਿੰਘ ਲੌਂਗੋਵਾਲ ਜੀ MLA ਵੀ ਰਹੇ, ਵਜ਼ੀਰ ਵੀ ਰਹੇ ਅਤੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਵੇ, ਪ੍ਰਧਾਨ ਹੋਵੇ, ਉਹ ਕੇਵਲ ਧਾਰਮਿਕ ਹੋਵੇ। ਜੇ ਕਿਸੇ ਨੇ ਸਿਆਸੀ ਹੋਣਾ ਤਾਂ ਉਹ ਸ਼੍ਰੋਮਣੀ ਕਮੇਟੀ ਤੋਂ ਰਿਜ਼ਾਈਨ ਕਰਕੇ ਤਾਂ ਆਪਣੀ ਸਿਆਸਤ ਕਰੇ। ਧੰਨਵਾਦ ਚਪੜ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਾਡੇ ਨਾਲ ਸਰਦਾਰ ਜੋਗਾ ਸਿੰਘ ਚਪੜ, ਜੋ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਬੁਲਾਰੇ ਨੇ। ਪੰਥਕ ਅਕਾਲੀ ਲਹਿਰ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਚਲਾਈ ਜਾ ਰਹੀ ਇੱਕ ਮੁਹਿੰਮ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਐਸਜੀਪੀਸੀ ਦੇ ਮਸੰਦਾਂ ਤੋਂ ਖਹਿੜਾ ਛਡਵਾਉਣਾ ਹੈ ਅਤੇ ਇਲੈਕਸ਼ਨ ਲੜ ਕੇ ਇਹਦੇ ਵਿੱਚ ਐਸਜੀਪੀਸੀ ਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ। ਸ਼ੁਕਰੀਆ, ਤੁਸੀਂ ਬਣੇ ਰਹੋ ਗਲੋਬਲ ਪੰਜਾਬ ਚੈਨਲ ਪੰਜਾਬੀ ਦੇ ਨਾਲ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।